21ਵੀਂ ਸਦੀ ਦਾ ਕਾਰੋਬਾਰ ਰਾਬਰਟ ਟੀ ਕਿਓਸਾਕੀ ਭਾਗ 2 ਅਧਿਆਇ 15 ਸੰਪਤੀ 7 ਅਸਲ ਦੌਲਤ ਬਣਾਉਣ ਦੀ ਕਾਰਜ ਪ੍ਰਣਾਲੀ। ਸਵੈ ਅਧੀਨਤਾ ਦਾ ਘੋਸ਼ਣਾ ਪੱਤਰ ਜਿਨ੍ਹਾਂ ਤਿੰਨਾਂ ਲੋਕਾਂ ਨੇ ਤਿਆਰ ਕੀਤਾ ਸੀ, ਉਹਨਾਂ ਵਿੱਚ ਥਾਮਸ ਜੈਫਰਸਨ ਅਤੇ ਜੌਨ ਐਡਮਸ ਸ਼ਾਮਲ ਸਨ। ਦੋਵੇਂ ਸਾਰੀ ਉਮਰ ਬਿਹਤਰੀਨ ਦੋਸਤ ਰਹੇ, ਹਾਲਾਂਕਿ ਕਈ ਵਾਰ ਉਹਨਾਂ ਵਿੱਚ ਮਤਭੇਦ ਵੀ ਹੋਏ, ਬਹੁਤ ਗੰਭੀਰ ਮਤਭੇਦ। ਉਹਨਾਂ ਦਾ ਸੁਭਾਅ ਇੱਕ ਦੂਜੇ ਤੋਂ ਜੁਦਾ ਸੀ ਅਤੇ ਇੱਕ ਸਮੇਂ ਤਾਂ ਦੋਵੇਂ ਕੱਟੜ ਰਾਜਨੀਤਿਕ ਵਿਰੋਧੀ ਵੀ ਬਣ ਗਏ ਅਤੇ ਕਈ ਮੁੱਦਿਆਂ ਤੇ ਇੱਕ ਦੂਜੇ ਦਾ ਵਿਰੋਧ ਕਰਨ ਲੱਗੇ। ਸਾਲਾਂ ਤੱਕ ਦੂਜੇ ਅਤੇ ਤੀਜੇ ਰਾਸ਼ਟਰਪਤੀਆਂ ਨੇ ਆਪਸ ਵਿੱਚ ਗੱਲਬਾਤ ਵੀ ਨਹੀਂ ਕੀਤੀ, ਲੇਕਿਨ ਆਖਰਕਾਰ ਬਾਅਦ ਦੇ ਸਾਲਾਂ ਅੰਦਰ ਉਹਨਾਂ ਵਿੱਚ ਸੁਲ੍ਹਾ ਹੋ ਗਈ ਅਤੇ ਉਹਨਾਂ ਦਾ ਲੰਮੇ ਖਤਾਂ ਦਾ ਸਿਲਸਿਲਾ ਹੁਣ ਅਮਰੀਕੀ ਸਾਹਿਤ ਦਾ ਇੱਕ ਸੰਗ੍ਰਹਿਯੋਗ ਖਜ਼ਾਨਾ ਹੈ। ਸੰਜੋਗ ਨਾਲ ਉਹਨਾਂ ਦੋਨਾਂ ਦੀ ਮ੍ਰਿਤੂ ਇੱਕ ਹੀ ਦਿਨ 4 ਜੁਲਾਈ 1826 ਨੂੰ ਹੋਈ। ਸਵੈ ਅਧੀਨਤਾ ਦੇ ਘੋਸ਼ਣਾ ਪੱਤਰ ਤੇ ਹਸਤਾਖਰ ਕਰਨ ਦੇ ਠੀਕ 50 ਸਾਲ ਬਾਅਦ, ਜਿਸ ਨੂੰ ਉਹਨਾਂ ਨੇ ਬੈਂਜਾਮਿਨ ਫਰੈਂਕਲਿਨ ਨਾਲ ਲਿਖਿਆ ਸੀ। ਇਹਨਾਂ ਦੋਨਾਂ ਬਾਰੇ ਇੱਕ ਹੋਰ ਅਜੀਬ ਤੱਥ ਹੈ, ਦੌਲਤ ਨਾਲ ਉਹਨਾਂ ਦਾ ਸਬੰਧ। ਜੈਫਰਸਨ ਵਰਜੀਨੀਆ ਦੇ ਸਾਮੰਤੀ ਜ਼ਿਮੀਂਦਾਰ ਸਨ ਅਤੇ ਉਹਨਾਂ ਕੋਲ ਹਜ਼ਾਰਾਂ ਏਕੜ ਦੀ ਜਾਇਦਾਦ ਸੀ। ਦੂਜੇ ਪਾਸੇ ਐਡਮਸ ਕਾਫੀ ਗਰੀਬ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਸਨ ਅਤੇ ਮੈਸੇਚਿਉਸੇਟਸ ਵਿੱਚ ਵਕੀਲ ਬਣੇ ਸਨ। ਲੰਮੇ ਜੀਵਨ ਕਾਲ ਵਿੱਚ ਉਹਨਾਂ ਕੋਲ ਕਦੇ ਦੌਲਤ ਨਹੀਂ ਰਹੀ। ਬਹਿਰਹਾਲ, ਜਿਸ ਦਿਨ ਉਹਨਾਂ ਦੋਨਾਂ ਦੀ ਮੌਤ ਹੋਈ, ਉਸ ਦਿਨ ਐਡਮਸ ਕੋਲ ਲਗਭਗ $1 ਲੱਖ ਦੀ ਸੰਪਤੀ ਸੀ, ਜਦੋਂ ਕਿ ਜੈਫਰਸਨ ਉੱਤੇ $1 ਲੱਖ ਦਾ ਕਰਜ਼ ਸੀ। ਜੈਫਰਸਨ ਕੋਲ ਪੈਸਾ ਸੀ, ਜਾਇਦਾਦ ਸੀ, ਲੇਕਿਨ ਇਹ ਸਾਰਾ ਕੁਝ ਉਹਨਾਂ ਦੀਆਂ ਉਂਗਲਾਂ ਨਾਲ ਹੌਲੀ-ਹੌਲੀ ਤਿਲਕਦਾ ਚਲਾ ਗਿਆ। ਐਡਮਸ ਕੋਲ ਕਦੇ ਜ਼ਿਆਦਾ ਪੈਸਾ ਨਹੀਂ ਰਿਹਾ ਤੇ ਉਹ ਸਾਰਾ ਜੀਵਨ ਸਾਦਗੀ ਨਾਲ ਰਹੇ, ਲੇਕਿਨ ਦੌਲਤ ਬਣਾਉਣ ਤੇ ਉਹਨਾਂ ਦੀ ਪਕੜ ਮਜ਼ਬੂਤ ਸੀ। ਇਹ ਕਿਤਾਬ ਲਿਖਣ ਦਾ ਇੱਕ ਕੇਂਦਰੀ ਕਾਰਨ ਇਹ ਸੁਨਿਸ਼ਚਿਤ ਕਰਨਾ ਵੀ ਹੈ ਕਿ ਤੁਸੀਂ ਪੈਸੇ ਅਤੇ ਦੌਲਤ ਦੇ ਵਿਚਕਾਰਲੇ ਅਤ ਮਹੱਤਵਪੂਰਨ ਫਰਕ ਨੂੰ ਸਮਝ ਲਓ। ਕਰੋੜਾਂ ਡਾਲਰ ਦੀ ਲਾਟਰੀ ਜਿੱਤਣ ਵਾਲੇ ਜ਼ਿਆਦਾਤਰ ਲੋਕ 3 ਸਾਲ ਬਾਅਦ ਦਿਵਾਲੀਆ ਕਿਉਂ ਹੋ ਜਾਂਦੇ ਹਨ? ਇੰਜ ਇਸ ਲਈ ਹੁੰਦਾ ਹੈ ਕਿਉਂਕਿ ਭਲੇ ਹੀ ਉਹਨਾਂ ਨੂੰ ਅਚਨਚੇਤ ਢੇਰ ਸਾਰਾ ਪੈਸਾ ਮਿਲ ਗਿਆ ਸੀ, ਲੇਕਿਨ ਉਹ ਦੌਲਤ ਦੇ ਸੰਕਲਪ ਨੂੰ ਨਹੀਂ ਸਮਝਦੇ ਸਨ। ਦੌਲਤ ਦਾ ਅਰਥ ਧਨ ਨਹੀਂ ਹੈ। ਦੌਲਤ ਆਮਦਨੀ ਦੇ ਆਕਾਰ ਨਾਲ ਨਹੀਂ ਮਾਪੀ ਜਾਂਦੀ, ਦੌਲਤ ਤੇ ਸਮੇਂ ਨਾਲ ਮਾਪੀ ਜਾਂਦੀ ਹੈ। ਜੇਕਰ ਮੇਰੇ ਕੋਲ ਬਚਤ ਦੇ ਨਾਂ ਤੇ ਸਿਰਫ $1000 ਜਮ੍ਹਾਂ ਹਨ ਅਤੇ ਮੇਰੇ ਜੀਵਨ ਨਿਰਵਾਹ ਦਾ ਖਰਚ $100 ਪ੍ਰਤੀ ਦਿਨ ਹੈ, ਤਾਂ ਮੇਰੀ ਦੌਲਤ 10 ਦਿਨਾਂ ਦੇ ਬਰਾਬਰ ਹੈ। ਦੌਲਤ ਇਹ ਦੱਸਣ ਵਾਲੀ ਸਮਰੱਥਾ ਹੈ ਕਿ ਤੁਸੀਂ ਭਵਿੱਖ ਵਿੱਚ ਕਿੰਨੇ ਦਿਨਾਂ ਤੱਕ ਆਪਣਾ ਅਸਤਿਤਵ ਬਚਾ ਸਕਦੇ ਹੋ। ਆਪਣੇ ਆਪ ਨੂੰ ਪੁੱਛੋ, ਜੇਕਰ ਮੈਂ ਅੱਜ ਕੰਮ ਕਰਨਾ ਛੱਡ ਦਿਆਂ ਤਾਂ ਆਰਥਿਕ ਨਜ਼ਰੀਏ ਨਾਲ ਮੈਂ ਕਿੰਨੇ ਸਮੇਂ ਤੱਕ ਬਚਿਆ ਰਹਿ ਸਕਦਾ ਹਾਂ? ਤੁਹਾਡਾ ਜਿਹੜਾ ਵੀ ਜਵਾਬ ਹੋਵੇ, ਉਹੀ ਇਸ ਪਲ ਤੁਹਾਡੀ ਦੌਲਤ ਹੈ। ਆਓ ਅਸੀਂ ਇਸ ਪਰਿਭਾਸ਼ਾ ਨੂੰ ਡੂੰਘਾ ਕਰ ਲੈਂਦੇ ਹਾਂ। ਦੌਲਤ ਦਾ ਪੈਮਾਨਾ ਇਹ ਹੈ ਕਿ ਤੁਸੀਂ ਆਪਣੇ ਅਜੋਕੀ ਸਤਰ ਦੀ ਜੀਵਨ ਸ਼ੈਲੀ ਨੂੰ ਭਵਿੱਖ ਵਿੱਚ ਕਿੰਨੇ ਦਿਨ ਤੱਕ ਕਾਇਮ ਰੱਖ ਸਕਦੇ ਹੋ, ਯਾਨੀ ਤੁਹਾਡੇ ਵਿੱਚ ਜੀਵਨ ਸ਼ੈਲੀ ਦੇ ਉਸ ਸਤਰ ਉੱਤੇ ਕਿੰਨੇ ਦਿਨਾਂ ਤੱਕ ਜਿਉਂਦੇ ਰਹਿਣ ਦੀ ਸਮਰੱਥਾ ਹੈ। ਅਮੀਰ ਲੋਕ ਜ਼ਿਆਦਾ ਅਮੀਰ ਬਣ ਜਾਂਦੇ ਹਨ। ਇਸ ਦਾ ਇੱਕ ਕਾਰਨ ਇਹ ਹੈ ਕਿ ਅਮੀਰ ਲੋਕ ਇੱਕ ਵੱਖਰੇ ਢੰਗ ਨਾਲ ਪੈਸੇ ਲਈ ਕੰਮ ਕਰਦੇ ਹਨ। ਉਹ ਆਮਦਨੀ ਉਤਪੰਨ ਕਰਨ ਲਈ ਕੰਮ ਨਹੀਂ ਕਰਦੇ, ਉਹ ਤਾਂ ਦੌਲਤ ਬਣਾਉਣ ਲਈ ਕੰਮ ਕਰਦੇ ਹਨ। ਦੋਨਾਂ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਨੈਟਵਰਕ ਮਾਰਕੀਟਿੰਗ ਵਿਹਾਰ ਵਿੱਚ ਸਭ ਤੋਂ ਗੂੜੇ ਜੀਵਨ ਮੁੱਲਾਂ ਵਿੱਚੋਂ ਇੱਕ, ਜਿਸ ਨੂੰ ਇਸ ਕਾਰੋਬਾਰ ਨੂੰ ਦੇਖਣ ਵਾਲੇ ਜ਼ਿਆਦਾਤਰ ਲੋਕ ਸਮਝ ਨਹੀਂ ਪਾਉਂਦੇ, ਇਹ ਹੈ ਕਿ ਇਹ ਵਿਅਕਤੀਗਤ ਦੌਲਤ ਨਿਰਮਾਣ ਦਾ ਇੱਕ ਇੰਜਣ ਹੈ। ਵਿੱਤੀ ਸੁਤੰਤਰਤਾ ਪਾਉਣ ਲਈ ਮੇਰੇ 4 ਕਦਮਾਂ ਦਾ ਸੌਖਾ ਰਾਹ। ਕਿਮ ਅਤੇ ਮੈਂ ਜ਼ਿੰਦਗੀ ਵਿੱਚ ਬੜੀ ਛੇਤੀ ਰਿਟਾਇਰ ਹੋ ਗਏ, ਉਹ ਵੀ ਨੌਕਰੀ ਤੋਂ ਬਿਨਾਂ, ਸਰਕਾਰੀ ਸਹਾਇਤਾ ਦੇ ਬਗੈਰ ਅਤੇ ਸਟਾਕਸ ਜਾਂ ਮਿਊਚੁਅਲ ਫੰਡਸ ਵਿੱਚ ਕਿਸੇ ਤਰ੍ਹਾਂ ਦੇ ਨਿਵੇਸ਼ ਤੋਂ ਬਿਨਾਂ। ਅਸੀਂ ਸਟਾਕਸ ਜਾਂ ਮਿਊਚੁਅਲ ਫੰਡਸ ਵਿੱਚ ਨਿਵੇਸ਼ ਕਿਉਂ ਨਹੀਂ ਕੀਤਾ? ਕਿਉਂਕਿ ਅਸੀਂ ਉਹਨਾਂ ਨੂੰ ਬੜੇ ਜੋਖਮ ਭਰੇ ਨਿਵੇਸ਼ ਮੰਨਦੇ ਸੀ। ਮੇਰੀ ਰਾਏ ਵਿੱਚ ਮਿਊਚੁਅਲ ਫੰਡਸ ਸਭ ਤੋਂ ਜ਼ਿਆਦਾ ਜੋਖਮ ਭਰੇ ਨਿਵੇਸ਼ਾਂ ਵਿੱਚੋਂ ਇੱਕ ਹਨ। ਜਵਾਨੀ ਵਿੱਚ ਅਮੀਰ ਬਣ ਕੇ ਰਿਟਾਇਰ ਹੋਣ ਲਈ ਕਿਮ ਅਤੇ ਮੈਂ 4 ਕਦਮਾਂ ਦੀ ਸੌਖੀ ਜਿਹੀ ਯੋਜਨਾ ਉੱਤੇ ਅਮਲ ਕੀਤਾ। ਇਸ ਕੰਮ ਵਿੱਚ ਸਾਨੂੰ 9 ਸਾਲ ਦਾ ਸਮਾਂ ਲੱਗਾ। 1985 ਤੋਂ ਲੈ ਕੇ 1994 ਤੱਕ ਅਸੀਂ ਸਿਫਰ ਤੋਂ ਸ਼ੁਰੂਆਤ ਕੀਤੀ ਅਤੇ ਆਰਥਿਕ ਦ੍ਰਿਸ਼ਟੀ ਤੋਂ ਸੁਤੰਤਰ ਹੋ ਕੇ ਰਿਟਾਇਰ ਹੋ ਗਏ। ਸਟਾਕਸ ਜਾਂ ਮਿਊਚੁਅਲ ਫੰਡਸ ਵਿੱਚ ਬਿਲਕੁਲ ਵੀ ਨਿਵੇਸ਼ ਕੀਤੇ ਬਗੈਰ ਇਹ ਯੋਜਨਾ
ਇਸ ਤਰ੍ਹਾਂ ਸੀ। ਇੱਕ ਕਾਰੋਬਾਰ ਬਣਾਓ, ਆਪਣੇ ਕਾਰੋਬਾਰ ਵਿੱਚ ਦੁਬਾਰਾ ਨਿਵੇਸ਼ ਕਰੋ, ਰੀਅਲ ਅਸਟੇਟ ਵਿੱਚ ਨਿਵੇਸ਼ ਕਰੋ, ਆਪਣੀ ਸੰਪਤੀਆਂ ਨੂੰ ਵਿਲਾਸੀ ਸਮਾਨ ਖਰੀਦਣ ਦਿਓ। ਆਓ ਦੇਖਦੇ ਹਾਂ ਕਿ ਇਹ ਲੜੀ ਕਿਵੇਂ ਕੰਮ ਕਰਦੀ ਹੈ। ਇੱਕ ਕਾਰੋਬਾਰ ਬਣਾਓ। ਕਾਰੋਬਾਰ ਜਾਂ ਕੰਪਨੀ ਬਣਾ ਕੇ ਤੁਸੀਂ ਬਹੁਤ ਸਾਰਾ ਪੈਸਾ ਬਣਾ ਸਕਦੇ ਹੋ। ਇਹ ਨਹੀਂ, ਅਮਰੀਕਾ ਦੇ ਟੈਕਸ ਕਾਨੂੰਨ ਉਹਨਾਂ ਲੋਕਾਂ ਲਈ ਬੜੇ ਲਾਹੇਵੰਦ ਹਨ ਜਿਹੜੇ ਆਪਣੀ ਆਮਦਨੀ B ਕੁਆਡਰੈਂਟ ਤੋਂ ਕਮਾਉਂਦੇ ਹਨ। ਦੂਜੇ ਪਾਸੇ ਟੈਕਸ ਕਾਨੂੰਨ ਉਹਨਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ ਜਿਹੜੇ ਕਿ E ਕੁਆਡਰੈਂਟ ਚੋਂ ਕਮਾਈ ਕਰਦੇ ਹਨ। ਕੋਈ ਵੀ ਵਪਾਰ ਜਾਂ ਕਾਰੋਬਾਰ ਕਿਸੇ ਬੱਚੇ ਵਾਂਗ ਹੁੰਦਾ ਹੈ, ਉਸ ਨੂੰ ਵਧਣ ਲਈ ਸਮੇਂ ਦੀ ਲੋੜ ਹੁੰਦੀ ਹੈ। ਕਿਸੇ ਵੀ ਕਾਰੋਬਾਰ ਨੂੰ ਜ਼ਮੀਨ ਤੋਂ ਉੱਠਣ ਵਿੱਚ ਆਮ ਤੌਰ ਤੇ 5 ਸਾਲ ਦਾ ਸਮਾਂ ਲੱਗਦਾ ਹੈ। ਹਾਲਾਂਕਿ ਕਈ ਵਾਰ ਇਸ ਵਿੱਚ ਘੱਟ ਸਮਾਂ ਲੱਗ ਸਕਦਾ ਹੈ ਅਤੇ ਨਿਸ਼ਚਿਤ ਤੌਰ ਤੇ ਜ਼ਿਆਦਾ ਸਮਾਂ ਤਾਂ ਲੱਗ ਹੀ ਸਕਦਾ ਹੈ। ਆਪਣੇ ਕਾਰੋਬਾਰ ਵਿੱਚ ਦੁਬਾਰਾ ਨਿਵੇਸ਼ ਕਰੋ। ਇਸ ਪ੍ਰਕਿਰਿਆ ਦੀ ਕੁੰਜੀ ਇਹ ਹੈ ਕਿ ਤੁਸੀਂ ਆਪਣੇ ਕਾਰੋਬਾਰ ਦਾ ਇਸਤੇਮਾਲ ਜ਼ਿੰਦਗੀ ਜਿਉਣ ਦੇ ਮੁੱਢਲੇ ਸਰੋਤ ਦੇ ਰੂਪ ਵਿੱਚ ਨਹੀਂ ਕਰਦੇ। ਨੈਟਵਰਕ ਮਾਰਕੀਟਿੰਗ ਵਿੱਚ ਨਵੇਂ-ਨਵੇਂ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਲੋਕ ਇਹ ਗਲਤੀ ਕਰ ਬੈਠਦੇ ਹਨ। ਜਿਵੇਂ ਹੀ ਉਹ ਆਪਣੇ ਨਵੇਂ ਕਾਰੋਬਾਰ ਤੋਂ ਆਮਦਨ ਦੀ ਧਾਰਾ ਉਤਪੰਨ ਹੁੰਦੀ ਦੇਖਦੇ ਹਨ, ਉਹ ਉਸੇ ਨਵੀਂ ਆਮਦਨ ਤੋਂ ਆਪਣੇ ਜਿਉਣ ਸੰਬੰਧੀ ਖਰਚਿਆਂ ਨੂੰ ਵਧਾ ਲੈਂਦੇ ਹਨ। ਦੂਜੀ ਕਾਰ ਖਰੀਦਣਾ, ਜ਼ਿਆਦਾ ਵੱਡਾ ਮਕਾਨ ਖਰੀਦਣਾ, ਮਹਿੰਗੀ ਛੁੱਟੀਆਂ ਮਨਾਉਣਾ ਆਦਿ। ਲੋਕ ਇੰਜ ਕਿਉਂ ਕਰਦੇ ਹਨ? ਇਸ ਲਈ ਨਹੀਂ ਕਿਉਂਕਿ ਉਹ ਮੂਰਖ ਹੁੰਦੇ ਹਨ। ਮੈਂ ਬੜੇ ਬੁੱਧੀਮਾਨ ਅਤੇ ਜਾਣਕਾਰ ਲੋਕਾਂ ਨੂੰ ਵੀ ਇਸੇ ਰਾਹ ਤੇ ਚੱਲਦਿਆਂ ਦੇਖਿਆ ਹੈ। ਉਹ ਇਸ ਨੂੰ ਇੱਕ ਕਾਰਨ ਨਾਲ ਕਰਦੇ ਹਨ। ਉਹ ਹੁਣ ਵੀ E ਕੁਆਡਰੈਂਟ ਵਿੱਚ ਹੀ ਜੀ ਰਹੇ ਹਨ, ਸਾਹ ਲੈ ਰਹੇ ਹਨ ਅਤੇ ਸੋਚ ਰਹੇ ਹਨ। ਜੇਕਰ ਤੁਸੀਂ ਦੌਲਤ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਦਿਮਾਗ ਨੂੰ ਉਸ ਰੇਖਾ ਚਿੱਤਰ ਦੇ ਖੱਬੇ ਵਾਲੇ ਹਿੱਸੇ ਤੋਂ ਕੱਢ ਕੇ B ਕੁਆਡਰੈਂਟ ਅਤੇ I ਕੁਆਡਰੈਂਟ ਦੇ ਸੰਦਰਭ ਵਿੱਚ ਸੋਚਣਾ ਸ਼ੁਰੂ ਕਰਨਾ ਹੋਵੇਗਾ। ਸਭ ਤੋਂ ਪਹਿਲੀ ਗੱਲ, ਆਪਣੀ ਦਿਨ ਦੀ ਨੌਕਰੀ ਕਰਦੇ ਰਹੋ। ਤੁਹਾਡਾ ਨਿਸ਼ਾਨਾ ਨੌਕਰੀ ਦੇ ਸਥਾਨ ਉੱਤੇ ਕਾਰੋਬਾਰ ਕਰਨਾ ਨਹੀਂ। ਇਸ ਤਰ੍ਹਾਂ ਤਾਂ ਤੁਸੀਂ ਆਪਣੇ ਕਾਰੋਬਾਰ ਨੂੰ ਹੀ ਨਵੀਂ ਨੌਕਰੀ ਮੰਨ ਲਓਗੇ। ਇੰਜ ਤੁਸੀਂ ਕਦੇ ਦੌਲਤ ਨਹੀਂ ਬਣਾ ਪਾਓਗੇ। ਇਸ ਦੀ ਬਜਾਏ ਇੱਕ ਵਾਰ ਜਦੋਂ ਤੁਹਾਡਾ ਨਵਾਂ ਕਾਰੋਬਾਰ ਥੋੜਾ ਪੈਸਾ ਬਣਾਉਣ ਲੱਗੇ ਤਾਂ ਸਿੱਧੇ ਕਦਮ 2 ਤੇ ਪਹੁੰਚ ਜਾਓ। ਉਸ ਕਾਰੋਬਾਰ ਵਿੱਚ ਆਪਣੀ ਨਵੀਂ ਆਮਦਨ ਦਾ ਦੁਬਾਰਾ ਨਿਵੇਸ਼ ਕਰੋ ਤਾਂ ਕਿ ਉਹ ਹੋਰ ਜ਼ਿਆਦਾ ਵੱਧ ਸਕੇ। ਲੇਕਿਨ ਮੈਂ ਆਪਣੀ ਦਿਨ ਦੀ ਨੌਕਰੀ ਨਹੀਂ ਕਰਨਾ ਚਾਹੁੰਦਾ, ਮੈਨੂੰ ਉੱਥੇ ਕੰਮ ਕਰਨ ਨਾਲ ਨਫ਼ਰਤ ਹੈ। ਕੀ ਇਹੀ ਅਸਲ ਮੁੱਦਾ ਨਹੀਂ ਹੈ? ਮੈਂ ਬਤੌਰ ਕਰਮਚਾਰੀ ਹੁਣ ਕੰਮ ਨਹੀਂ ਕਰਨਾ ਚਾਹੁੰਦਾ। ਤੁਹਾਡੀ ਗੱਲ ਵਾਜਬ ਹੈ। ਤੁਸੀਂ E ਕੁਆਡਰੈਂਟ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਅਤੇ ਉਸ ਨੌਕਰੀ ਨੂੰ ਲੱਤ ਮਾਰਨਾ ਚਾਹੁੰਦੇ ਹੋ। ਸ਼ਾਇਦ ਤੁਸੀਂ ਉਸ ਨੌਕਰੀ ਤੋਂ ਨਫ਼ਰਤ ਕਰਦੇ ਹੋ, ਜਾਂ ਫਿਰ ਸ਼ਾਇਦ ਤੁਸੀਂ ਉਹਨਾਂ ਬਾਰੇ ਪ੍ਰੋਫੈਸ਼ਨਲਜ਼ ਵਰਗੇ ਹੋ ਸਕਦੇ ਹੋ ਜਿਨ੍ਹਾਂ ਨਾਲ ਮੈਂ ਮਿਲਿਆ ਹਾਂ। ਉਹਨਾਂ ਨੂੰ ਆਪਣੇ ਕੰਮ ਨਾਲ ਤਾਂ ਪ੍ਰੇਮ ਹੈ, ਲੇਕਿਨ ਇਸ ਤੱਥ ਨਾਲ ਨਹੀਂ ਹੈ ਕਿ ਉਹਨਾਂ ਉਹੀ ਕੰਮ ਹਰ ਹਫ਼ਤੇ 40, 50 ਜਾਂ 60 ਘੰਟਿਆਂ ਤੱਕ ਕਰਦੇ ਰਹਿਣਾ ਪੈਂਦਾ ਹੈ। ਕਾਰਨ ਭਾਵੇਂ ਜੋ ਵੀ ਹੋ, ਖਰਵੀ ਸਚਾਈ ਇਹੀ ਹੈ, ਜੇਕਰ ਤੁਸੀਂ ਆਪਣੇ ਜਿਉਣ ਦੇ ਮਾਸਿਕ ਖਰਚਿਆਂ ਲਈ ਨਵੇਂ ਕਾਰੋਬਾਰ ਤੋਂ ਮਿਲਣ ਵਾਲੀ ਸਾਰੀ ਆਮਦਨੀ ਖਰਚ ਕਰ ਦਿੰਦੇ ਹੋ ਤਾਂ ਤੁਸੀਂ ਕਾਰੋਬਾਰ ਸਥਾਪਿਤ ਨਹੀਂ ਕਰ ਰਹੇ ਹੋ, ਤੁਸੀਂ ਤਾਂ ਦਰਅਸਲ ਇੱਕ ਦੂਜੀ ਨੌਕਰੀ ਕਰ ਰਹੇ ਹੋ। ਆਪਣੇ ਕਾਰੋਬਾਰ ਨੂੰ ਸਥਾਪਿਤ ਕਰਨ ਲਈ ਕਾਰੋਬਾਰ ਦਾ ਸੱਚਾ ਮਾਲਕ ਨਿਵੇਸ਼ ਕਰਨਾ ਅਤੇ ਦੁਬਾਰਾ ਨਿਵੇਸ਼ ਕਰਨਾ ਕਦੇ ਨਹੀਂ ਛੱਡਦਾ। ਬਹੁਤ ਸਾਰੇ ਲੋਕ ਕਿਸੇ ਵੀ ਕਾਰੋਬਾਰ ਵਿੱਚ ਭਾਰੀ ਦੌਲਤ ਸਿਰਫ ਇਸ ਲਈ ਪ੍ਰਾਪਤ ਨਹੀਂ ਕਰ ਪਾਉਂਦੇ ਕਿਉਂਕਿ ਉਹ ਆਪਣੀ ਆਮਦਨੀ ਨੂੰ ਕਾਰੋਬਾਰ ਵਿੱਚ ਲਗਾਤਾਰ ਨਿਵੇਸ਼ ਨਹੀਂ ਕਰਦੇ। ਤਾਂ ਨੈਟਵਰਕ ਮਾਰਕੀਟਿੰਗ ਵਿੱਚ ਇਹ ਕਿਵੇਂ ਕੀਤਾ ਜਾ ਸਕਦਾ ਹੈ? ਜੌਨ, ਰਵਾਇਤੀ ਕੰਪਨੀਆਂ ਦੁਬਾਰਾ ਨਿਵੇਸ਼ ਕਰਨ ਲਈ ਕਈ ਕੰਮ ਕਰ ਸਕਦੀਆਂ ਹਨ, ਜਿਵੇਂ ਨਵਾਂ ਵੇਅਰ ਹਾਊਸ ਬਣਾਉਣਾ, ਦੇਸ਼ ਵਿਆਪੀ ਵਿਗਿਆਪਨਾਂ ਉੱਤੇ ਪੈਸੇ ਖਰਚ ਕਰਨਾ, ਨਵੀਂ ਪ੍ਰੋਡਕਟ ਲਾਈਨਜ਼ ਵਿਕਸਿਤ ਕਰਨਾ ਜਾਂ ਨਵੇਂ ਵਿਤਰਣ ਮਾਰਗ ਖਰੀਦਣਾ। ਲੇਕਿਨ ਨੈਟਵਰਕ ਮਾਰਕੀਟਰ ਦੇ ਰੂਪ ਵਿੱਚ ਤੁਹਾਨੂੰ ਇਹਨਾਂ ਚੀਜ਼ਾਂ ਉੱਤੇ ਖਰਚ ਕਰਨ ਦੀ ਕੋਈ ਲੋੜ ਨਹੀਂ ਪੈਂਦੀ। ਇਹ ਸਾਰੇ ਨਿਵੇਸ਼ ਨੈਟਵਰਕ ਮਾਰਕੀਟਿੰਗ ਕੰਪਨੀ ਤੁਹਾਡੇ ਲਈ ਆਪ ਕਰ ਦਿੰਦੀ ਹੈ। ਤਾਂ ਫਿਰ ਤੁਸੀਂ ਆਪਣੇ ਕਾਰੋਬਾਰ ਵਿੱਚ ਦੁਬਾਰਾ ਨਿਵੇਸ਼ ਕਿਵੇਂ ਕਰੋ? ਨਿਸ਼ਚਿਤ ਤੌਰ ਤੇ ਕੁਝ ਇਹੋ ਜਿਹੀਆਂ ਥਾਵਾਂ ਹਨ ਜਿੱਥੇ ਤੁਸੀਂ ਸਮਝਦਾਰੀ ਨਾਲ ਥੋੜੇ ਪੈਸਿਆਂ ਦਾ ਨਿਵੇਸ਼ ਕਰ ਸਕਦੇ ਹੋ। ਤੁਸੀਂ ਆਪਣੇ ਆਪ ਨੂੰ ਸਿਖਲਾਈ ਅਤੇ ਸਿੱਖਿਅਤ ਕਰਨ ਵਿੱਚ ਨਿਵੇਸ਼ ਕਰ ਸਕਦੇ ਹੋ। ਦੂਜੇ ਸ਼ਹਿਰਾਂ ਵਿੱਚ ਆਪਣੇ ਵੱਧਦੇ ਨੈਟਵਰਕ ਨੂੰ ਸਹਾਰਾ ਦੇਣ ਲਈ ਯਾਤਰਾਵਾਂ ਵਿੱਚ ਨਿਵੇਸ਼ ਕਰ ਸਕਦੇ ਹੋ, ਜਾਂ ਫਿਰ ਵਿਹਾਰਿਕ ਸਫਲਤਾ ਵਿੱਚ ਮਦਦਗਾਰ ਪ੍ਰਚਾਰਾਤਮਕ ਅਤੇ ਸਿੱਖਿਅਕ ਸਾਧਨਾ ਸੰਸਥਾਨਾਂ ਉੱਤੇ ਖਰਚ ਕਰ ਸਕਦੇ ਹੋ। ਉਂਝ ਜ਼ਿਆਦਾਤਰ ਮਾਮਲਿਆਂ ਵਿੱਚ ਨੈਟਵਰਕ ਮਾਰਕੀਟਿੰਗ ਇੱਕ ਇਹੋ ਜਿਹਾ ਕਾਰੋਬਾਰ ਹੈ ਜਿਸ ਵਿੱਚ ਸਭ ਤੋਂ ਵੱਡਾ ਪੂੰਜੀ ਨਿਵੇਸ਼ ਤੁਹਾਡੇ ਧਨ ਦਾ ਨਹੀਂ ਬਲਕਿ ਤੁਹਾਡੇ ਸਮੇਂ ਅਤੇ ਯਤਨਾਂ ਦਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਨੈਟਵਰਕ ਤੋਂ ਹੋਣ ਵਾਲੀ ਆਮਦਨ ਦਾ ਜ਼ਿਆਦਾਤਰ ਹਿੱਸਾ ਤੁਹਾਡੇ ਕੋਲ ਬਚ ਜਾਂਦਾ ਹੈ। ਇਸ ਬਕਾਇਆ ਪੈਸੇ ਨਾਲ ਤੁਸੀਂ ਦੌਲਤ ਬਣਾਉਣ ਦੀ ਗੰਭੀਰ ਪ੍ਰਕਿਰਿਆ ਸ਼ੁਰੂ ਕਰ ਸਕਦੇ ਹੋ। ਗੌਰ ਕਰੋ, ਮੈਂ ਦੌਲਤ ਬਣਾਉਣ ਦੀ ਕਿਹਾ ਹੈ, ਦੌਲਤ ਗਵਾਉਣ ਦੀ ਨਹੀਂ ਕਿਹਾ। ਉਹ ਗਲਤੀ ਨਾ ਕਰੋ ਜਿਹੜੀ ਮੈਂ ਬੜੇ ਲੋਕਾਂ ਨੂੰ ਕਰਦਿਆਂ ਦੇਖਿਆ ਹੈ। ਕਮਿਸ਼ਨ ਵਿੱਚ ਮਿਲਣ ਵਾਲੇ ਚੈੱਕ ਨੂੰ ਜ਼ਿਆਦਾ ਵੱਡੀ ਕਾਰ ਜਾਂ ਮਕਾਨ ਉੱਤੇ ਖਰਚ ਨਾ ਕਰੋ। ਕਮਿਸ਼ਨ ਵਿੱਚ ਮਿਲਣ ਵਾਲਾ ਸਾਰਾ ਪੈਸਾ ਆਪਣੀ ਜੀਵਨ ਸ਼ੈਲੀ ਨੂੰ ਬਿਹਤਰ ਬਣਾਉਣ ਵਿੱਚ ਉਡਾ ਨਾ ਦੇਣਾ। ਆਪਣੇ ਨਵੇਂ ਕਾਰੋਬਾਰ ਤੋਂ ਹੋਣ
ਆਉਣ ਵਾਲੀ ਆਮਦਨ ਦਾ ਅਪਮਾਨ ਨਾ ਕਰੋ ਅਤੇ ਉਸ ਨੂੰ ਜ਼ਮੀਨ ਵਿੱਚ ਜ਼ਿਆਦਾ ਵੱਡੇ ਟੋਏ ਪੁੱਟ ਕੇ ਉਹਨਾਂ ਵਿੱਚ ਪਾਓ। ਇਸ ਦੇ ਨਾਲ ਉਨੇ ਹੀ ਸਨਮਾਨ ਨਾਲ ਪੇਸ਼ ਆਓ ਜਿੰਨਾ ਕਿ ਇਹ ਹੱਕਦਾਰ ਹੈ। ਇਸ ਦਾ ਨਿਵੇਸ਼ ਕਰੋ। ਰੀਅਲ ਅਸਟੇਟ ਵਿੱਚ ਨਿਵੇਸ਼ ਕਰੋ। ਜਦੋਂ ਤੁਹਾਡੀ ਵਿਹਾਰਿਕ ਆਮਦਨ ਵਧਣ ਲੱਗਦੀ ਹੈ ਤਾਂ ਤੁਸੀਂ ਉਸ ਵਾਧੂ ਆਮਦਨੀ ਨੂੰ ਰੀਅਲ ਅਸਟੇਟ ਯਾਨੀ ਜ਼ਮੀਨ ਜਾਇਦਾਦ ਖਰੀਦਦੇ ਹੋ। ਤੁਸੀਂ ਗੌਰ ਕੀਤਾ ਹੋਵੇਗਾ ਕਿ ਮੈਂ ਇਸ ਯੋਜਨਾ ਵਿੱਚ ਮਿਊਚੁਅਲ ਫੰਡਸ, ਸਟਾਕ, ਪੋਰਟਫੋਲੀਓ ਜਾਂ ਹੋਰ ਪੇਪਰ ਐਸੈਟਸ ਨੂੰ ਸ਼ਾਮਲ ਨਹੀਂ ਕੀਤਾ ਹੈ। ਇੰਜ ਇਸ ਲਈ ਹੈ ਕਿਉਂਕਿ ਭਲੇ ਹੀ ਇਹਨਾਂ ਸੰਪਤੀਆਂ ਨੂੰ ਬਣਾਉਣਾ ਸੌਖਾ ਹੁੰਦਾ ਹੈ, ਤੁਹਾਨੂੰ ਬਸ ਉਹਨਾਂ ਨੂੰ ਖਰੀਦਣਾ ਭਰ ਹੁੰਦਾ ਹੈ। ਲੇਕਿਨ ਸਟਾਕਸ ਅਤੇ ਮਿਊਚੁਅਲ ਫੰਡਸ ਵਿੱਚ ਨਿਵੇਸ਼ ਕਰਨਾ ਬਹੁਤ ਜੋਖਮ ਭਰਿਆ ਹੁੰਦਾ ਹੈ। ਮੁਨਾਫੇ ਉੱਤੇ ਕੈਪੀਟਲ ਗੇਨ ਟੈਕਸ ਦੇਣਾ ਪੈਂਦਾ ਹੈ ਅਤੇ ਨਿਵੇਸ਼ ਵਿੱਚ ਖਤਰੇ ਨੂੰ ਘੱਟ ਕਰਨ ਲਈ ਵਿੱਤੀ ਸਿੱਖਿਆ ਦੀ ਲੋੜ ਹੁੰਦੀ ਹੈ। ਇੱਥੇ ਵਿਚਾਰ ਇਹ ਹੈ ਕਿ ਤੁਸੀਂ ਆਪਣੀ ਵਾਧੂ ਆਮਦਨ ਦਾ ਉਪਯੋਗ ਇਸੇ ਤਰ੍ਹਾਂ ਕਰੋ ਤਾਂ ਕਿ ਆਮਦਨ ਉਤਪੰਨ ਕਰਨ ਵਾਲੀ ਇੱਕ ਹੋਰ ਸੰਪਤੀ ਬਣ ਜਾਏ। ਉਂਝ ਤਾਂ ਆਮਦਨੀ ਪ੍ਰਦਾਨ ਕਰਨ ਵਾਲੀਆਂ ਕਈ ਪ੍ਰਕਾਰ ਦੀਆਂ ਸੰਪਤੀਆਂ ਹੁੰਦੀਆਂ ਹਨ, ਲੇਕਿਨ ਮੈਂ ਦੋ ਖਾਸ ਕਾਰਨਾਂ ਕਰਕੇ ਰੀਅਲ ਅਸਟੇਟ ਦਾ ਸਾਰਿਆਂ ਨੂੰ ਸਭ ਤੋਂ ਜ਼ਿਆਦਾ ਸਲਾਹ ਦਿੰਦਾ ਹਾਂ। ਪਹਿਲਾ ਕਾਰਨ, ਟੈਕਸ ਕਾਨੂੰਨ ਰੀਅਲ ਅਸਟੇਟ ਵਿੱਚ ਨਿਵੇਸ਼ ਕਰਨ ਵਾਲੇ ਕਾਰੋਬਾਰ ਮਾਲਕਾਂ ਨੂੰ ਮੁਨਾਫੇ ਪਹੁੰਚਾਉਣ ਲਈ ਬਣਾਏ ਜਾਂਦੇ ਹਨ। ਦੂਜਾ ਕਾਰਨ, ਤੁਹਾਡਾ ਬੈਂਕਰ ਰੀਅਲ ਅਸਟੇਟ ਖਰੀਦਣ ਲਈ ਤੁਹਾਨੂੰ ਖੁਸ਼ੀ-ਖੁਸ਼ੀ ਕਰਜ਼ ਦੇ ਦੇਵੇਗਾ। ਦੂਜੇ ਪਾਸੇ ਮਿਊਚੁਅਲ ਫੰਡਸ ਜਾਂ ਸਟਾਕਸ ਖਰੀਦਣ ਲਈ 6.5% ਦੀ ਦਰ ਤੇ 30 ਸਾਲਾਂ ਦਾ ਲੋਨ ਮੰਗ ਕੇ ਦੇਖੋ। ਉਹ ਤੁਹਾਡੀ ਖਿੱਲੀ ਉਡਾਉਂਦੇ ਹੋਏ ਤੁਹਾਨੂੰ ਬੈਂਕ ਤੋਂ ਬਾਹਰ ਕੱਢ ਦੇਣਗੇ। ਲੋਕ ਅਕਸਰ ਮੈਨੂੰ ਪੁੱਛਦੇ ਹਨ, ਜਦੋਂ ਕਿਰਾਇਆ ਚੁਕਾਉਣ ਲਈ ਪੈਸੇ ਮੁਸ਼ਕਲ ਨਾਲ ਨਿਕਲ ਪਾਉਂਦੇ ਹਨ ਤਾਂ ਮੈਂ ਰੀਅਲ ਅਸਟੇਟ ਕਿਵੇਂ ਖਰੀਦ ਸਕਦਾ ਹਾਂ? ਚੰਗਾ ਸਵਾਲ ਹੈ। ਤੁਸੀਂ ਨਹੀਂ ਖਰੀਦ ਸਕਦੇ, ਯਾਨੀ ਤਦੋਂ ਤੱਕ ਨਹੀਂ ਖਰੀਦ ਸਕਦੇ ਜਦੋਂ ਤੱਕ ਕਿ ਤੁਹਾਡੇ ਕੋਲ ਵਾਧੂ ਪੈਸਾ ਨਾ ਆ ਜਾਵੇ। ਇਸ ਲਈ ਇਹ ਕਦਮ ਕਾਰੋਬਾਰ ਸਥਾਪਿਤ ਕਰਨ ਤੇ ਉਸ ਦੇ ਵਿਕਾਸ ਵਿੱਚ ਦੁਬਾਰਾ ਨਿਵੇਸ਼ ਕਰਨ ਤੋਂ ਬਾਅਦ ਆਉਂਦਾ ਹੈ ਤਾਂ ਕਿ ਤੁਹਾਡੇ ਕੋਲ ਵਾਧੂ ਨਗਦ ਪੈਸਾ ਰਹੇ। ਲੇਕਿਨ ਮੈਨੂੰ ਆਪਣਾ ਮਤਲਬ ਪੂਰੀ ਤਰ੍ਹਾਂ ਸਪਸ਼ਟ ਕਰਨ ਦੀ ਮਨਜ਼ੂਰੀ ਦਿਓ। ਜਦੋਂ ਮੈਂ ਕਹਿੰਦਾ ਹਾਂ ਰੀਅਲ ਅਸਟੇਟ ਵਿੱਚ ਨਿਵੇਸ਼ ਕਰੋ ਤਾਂ ਕਈ ਵਾਰ ਗਲਤਫਹਿਮੀ ਹੋ ਜਾਂਦੀ ਹੈ ਕਿਉਂਕਿ ਕਈ ਲੋਕ ਇਸ ਗੱਲ ਨੂੰ ਸਮਝਦੇ ਹੀ ਨਹੀਂ ਹਨ ਕਿ ਰੀਅਲ ਅਸਟੇਟ ਸੰਪਤੀ ਦੇ ਤੌਰ ਤੇ ਕਿਵੇਂ ਕੰਮ ਕਰਦੀ ਹੈ। ਜ਼ਿਆਦਾਤਰ ਲੋਕ ਸੋਚਦੇ ਹਨ ਕਿ ਰੀਅਲ ਅਸਟੇਟ ਤੋਂ ਮੁਨਾਫਾ ਕਮਾਉਣ ਦਾ ਇੱਕੋ ਹੀ ਤਰੀਕਾ ਹੈ, ਕਿਸੇ ਕੀਮਤ ਤੇ ਜਾਇਦਾਦ ਖਰੀਦਣਾ ਅਤੇ ਫਿਰ ਜ਼ਿਆਦਾ ਉੱਚੀ ਕੀਮਤ ਤੇ ਉਸ ਨੂੰ ਵੇਚ ਦੇਣਾ, ਜਾਂ ਤਾਂ ਥੋੜੇ ਸੁਧਾਰ ਤੋਂ ਬਾਅਦ ਫਟਾਫਟ ਜਾਂ ਫਿਰ ਕੁਝ ਸਮੇਂ ਬਾਅਦ ਗਲਤ। ਇਹ ਤਾਂ ਗਾਂ ਖਰੀਦ ਕੇ ਉਸ ਨੂੰ ਕਿਸੇ ਕਸਾਈ ਨੂੰ ਵੇਚਣ ਵਰਗਾ ਹੈ। ਤੁਹਾਨੂੰ ਤਾਂ ਇਹ ਚਾਹੀਦਾ ਹੈ ਕਿ ਤੁਸੀਂ ਗਾਂ ਖਰੀਦੋ ਅਤੇ ਉਸ ਨੂੰ ਹਮੇਸ਼ਾ ਲਈ ਆਪਣੇ ਕੋਲ ਰੱਖੋ ਤਾਂ ਜੋ ਤੁਸੀਂ ਉਸ ਦਾ ਦੁੱਧ ਵੇਚ ਸਕੋ। ਰੀਅਲ ਅਸਟੇਟ ਖਰੀਦਣ ਦਾ ਉਦੇਸ਼ ਇਸ ਨੂੰ ਵੇਚਣਾ ਨਹੀਂ ਹੈ, ਇਸ ਦਾ ਉਦੇਸ਼ ਤਾਂ ਆਮਦਨੀ ਉਤਪੰਨ ਕਰਨ ਵਾਲੀ ਸੰਪਤੀ ਬਣਾਉਣਾ ਹੈ। ਇਸ ਨੂੰ ਚੰਗੀ ਤਰ੍ਹਾਂ ਸਿੱਖਣ ਵਿੱਚ ਸਮਾਂ, ਸਿੱਖਿਆ, ਅਨੁਭਵ ਅਤੇ ਧਨ ਦੀ ਲੋੜ ਹੁੰਦੀ ਹੈ। ਕਿਸੇ ਵੀ ਨਵੀਂ ਚੀਜ਼ ਵਾਂਗ ਇਸ ਨੂੰ ਸਿੱਖਣ ਵਿੱਚ ਵੀ ਕੁਝ ਗਲਤੀਆਂ ਆਸਾਨੀ ਨਾਲ ਹੋ ਜਾਂਦੀਆਂ ਹਨ ਅਤੇ ਰੀਅਲ ਅਸਟੇਟ ਦੀ ਗਲਤੀਆਂ ਖਾਸ ਤੌਰ ਉੱਤੇ ਜਾਇਦਾਦ ਦੇ ਪ੍ਰਬੰਧਨ ਵਿੱਚ ਬੜੀ ਮਹਿੰਗੀ ਸਾਬਤ ਹੋ ਸਕਦੀਆਂ ਹਨ। ਜਦੋਂ ਤੱਕ ਕਿ ਤੁਹਾਡੇ ਕੋਲ ਵਾਧੂ ਨੇਮਬੱਧ ਆਮਦਨ ਅਤੇ ਟੈਕਸ ਲਾਭ ਨਾ ਹੋਣ ਜਿਹੜੇ B ਕੁਆਡਰੈਂਟ ਦੇ ਬਿਜ਼ਨਸ ਵਿੱਚ ਹੁੰਦੇ ਹਨ, ਤਦੋਂ ਤੱਕ ਰੀਅਲ ਅਸਟੇਟ ਤਾਂ ਜ਼ਰੂਰਤ ਤੋਂ ਜ਼ਿਆਦਾ ਖਤਰਿਆਂ ਨਾਲ ਭਰੀ ਜਾਂ ਫਿਰ ਲੋੜ ਤੋਂ ਵੱਧ ਸੁਸਤ ਹੈ। ਕਈ ਲੋਕ ਰੀਅਲ ਅਸਟੇਟ ਵਿੱਚ ਸਿਰਫ ਇਸ ਲਈ ਅਮੀਰ ਨਹੀਂ ਬਣ ਪਾਉਂਦੇ ਕਿਉਂਕਿ ਉਹਨਾਂ ਕੋਲ ਨਗਦ ਪੈਸੇ ਨਹੀਂ ਹੁੰਦੇ। ਸੱਚ ਤਾਂ ਇਹ ਹੈ ਕਿ ਰੀਅਲ ਅਸਟੇਟ ਦੇ ਸ੍ਰੇਸ਼ਟ ਸੌਦੇ ਆਮ ਤੌਰ ਉੱਤੇ ਵੱਡੀ ਰਕਮਾਂ ਨਾਲ ਹੁੰਦੇ ਹਨ। ਜੇਕਰ ਤੁਹਾਡੇ ਕੋਲ ਜ਼ਿਆਦਾ ਪੈਸਾ ਨਹੀਂ ਹੈ ਤਾਂ ਤੁਹਾਨੂੰ ਸਿਰਫ ਉਹੀ ਰੀਅਲ ਅਸਟੇਟ ਸੌਦੇ ਮਿਲ ਸਕਦੇ ਹਨ ਜਿਨ੍ਹਾਂ ਨੂੰ ਅਸਲੀ ਦੌਲਤਮੰਦ ਲੋਕਾਂ ਨੇ ਠੁਕਰਾਇਆ ਹੁੰਦਾ ਹੈ। ਇੰਨੇ ਸਾਰੇ ਲੋਕ ਬਿਨਾਂ ਡਾਊਨ ਪੇਮੈਂਟ ਵਾਲੇ ਨਿਵੇਸ਼ ਦੀ ਖੋਜ ਇਸ ਲਈ ਕਰਦੇ ਹਨ ਕਿਉਂਕਿ ਉਹਨਾਂ ਕੋਲ ਕੋਈ ਡਾਊਨ ਪੇਮੈਂਟ ਹੁੰਦਾ ਹੀ ਨਹੀਂ ਹੈ। ਜਦੋਂ ਤੱਕ ਕਿ ਤੁਸੀਂ ਸੱਚੀ ਅਨੁਭਵੀ ਨਾ ਹੋਵੋ ਅਤੇ ਤੁਹਾਡੇ ਕੋਲ ਵਕਤ ਜ਼ਰੂਰਤ ਲਈ ਬਹੁਤ ਸਾਰਾ ਨਗਦ ਪੈਸਾ ਨਾ ਹੋਵੇ, ਤਦੋਂ ਤੱਕ ਬਿਨਾਂ ਡਾਊਨ ਪੇਮੈਂਟ ਦਾ ਨਿਵੇਸ਼ ਤੁਹਾਡੇ ਜੀਵਨ ਦਾ ਸਭ ਤੋਂ ਮਹਿੰਗਾ ਨਿਵੇਸ਼ ਹੋ ਸਕਦਾ ਹੈ। ਆਪਣੀ ਸੰਪਤੀਆਂ ਨੂੰ ਵਿਲਾਸੀ ਸਮਾਨ ਖਰੀਦਣ ਦਿਓ। ਸਾਡੇ ਸੰਘਰਸ਼ ਦੇ ਦੌਰ ਤੋਂ ਬਾਅਦ ਇੱਕ ਇਹੋ ਜਿਹਾ ਸਮਾਂ ਆਇਆ ਜਦੋਂ ਅਸੀਂ ਜ਼ਿਆਦਾ ਵੱਡਾ ਮਕਾਨ ਖਰੀਦ ਸਕਦੇ ਸੀ, ਲੇਕਿਨ ਇਸ ਦੇ ਬਾਵਜੂਦ ਕਈ ਸਾਲਾਂ ਤੱਕ ਕਿਮ ਅਤੇ ਮੈਂ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿੰਦੇ ਰਹੇ ਜਿਸ ਦੀ ਮਾਸਿਕ ਕਿਸ਼ਤ ਲਗਭਗ $400 ਸੀ। ਅਸੀਂ ਜ਼ਿਆਦਾ ਮਹਿੰਗੀਆਂ ਕਾਰਾਂ ਖਰੀਦ ਸਕਦੇ ਸੀ, ਲੇਕਿਨ ਇਸ ਦੇ ਬਾਵਜੂਦ ਅਸੀਂ ਲੰਮੇ ਸਮੇਂ ਤੱਕ ਆਮ ਕਾਰਾਂ ਹੀ ਚਲਾਉਂਦੇ ਰਹੇ। ਇੰਜ ਕਿਉਂ? ਉਹ ਇਸ ਲਈ ਕਿਉਂਕਿ ਇਸ ਦੌਰਾਨ ਅਸੀਂ ਆਪਣੀ ਵਾਧੂ ਆਮਦਨੀ ਨਾਲ ਆਪਣਾ ਕਾਰੋਬਾਰ ਸਥਾਪਿਤ ਅਤੇ ਰੀਅਲ ਅਸਟੇਟ ਵਿੱਚ ਨਿਵੇਸ਼ ਕਰ ਰਹੇ ਸੀ। ਅੱਜ ਅਸੀਂ ਇੱਕ ਵੱਡੇ ਘਰ ਵਿੱਚ ਰਹਿੰਦੇ ਹਾਂ ਅਤੇ ਸਾਡੇ ਦੋਨਾਂ ਕੋਲ ਕੁੱਲ ਮਿਲਾ ਕੇ 6 ਆਲੀਸ਼ਾਨ ਕਾਰਾਂ ਹਨ, ਲੇਕਿਨ ਉਹ ਮਕਾਨ ਜਾਂ ਕਾਰਾਂ ਅਸੀਂ ਨਹੀਂ ਖਰੀਦੀਆਂ, ਉਹਨਾਂ ਨੂੰ ਸਾਡੀ ਸੰਪਤੀ ਨੇ ਖਰੀਦਿਆ ਹੈ। ਅਸੀਂ ਤਾਂ ਸਿਰਫ ਉਹਨਾਂ ਨੂੰ ਆਨੰਦ ਮਾਣਦੇ ਹਾਂ। ਜਦੋਂ ਮੈਂ ਵਿਲਾਸੀ ਸਮਾਨ ਕਹਿੰਦਾ ਹਾਂ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਇਹ ਕਿਸੇ ਤਰ੍ਹਾਂ ਦੀ ਫਜ਼ੂਲ ਖਰਚੀ ਜਾਂ ਦਿਖਾਵਟੀ ਚੀਜ਼ ਹੀ ਹੋਵੇ। ਇਹ ਤਾਂ ਕੋਈ ਵੀ ਚੀਜ਼
ਹੋ ਸਕਦੀ ਹੈ ਜਿਸ ਨੂੰ ਤੁਸੀਂ ਚਾਹੁੰਦੇ ਹੋਵੋ ਅਤੇ ਜਿਸ ਦਾ ਆਨੰਦ ਤੁਸੀਂ ਲੈਂਦੇ ਹੋਵੋ, ਲੇਕਿਨ ਉਹ ਤੁਹਾਡੀ ਜ਼ਰੂਰਤ ਤੋਂ ਪਰੇ ਹੋਵੇ। ਮੈਂ ਤੁਹਾਨੂੰ ਇਸ ਦਾ ਇੱਕ ਉਦਾਹਰਨ ਦਿੰਦਾ ਹਾਂ। ਕਿਸੇ ਇਹੋ ਜਿਹੇ ਪਰਿਚਿਤ ਬਾਰੇ ਸੋਚੋ ਜਿਹੜਾ ਜਿਉਣ ਖਾਤਰ ਕੰਮ ਕਰਦਾ ਹੈ, ਲੇਕਿਨ ਉਸ ਨੂੰ ਇਹ ਨੌਕਰੀ ਕਤਈ ਪਸੰਦ ਨਹੀਂ ਹੈ। ਜੇਕਰ ਤੁਸੀਂ ਉਸ ਨੂੰ ਕਹਿੰਦੇ ਹੋ, ਸੁਣੋ, ਜੇਕਰ ਤੁਹਾਨੂੰ ਆਪਣੀ ਨੌਕਰੀ ਪਸੰਦ ਨਹੀਂ ਹੈ ਤਾਂ ਛੱਡ ਕਿਉਂ ਨਹੀਂ ਦਿੰਦੇ, ਤਾਂ ਇਸ ਦੇ ਜਵਾਬ ਵਿੱਚ ਉਹ ਕੀ ਕਹੇਗਾ? ਮੈਂ ਤਾਂ ਇਸ ਨੂੰ ਕਦੋਂ ਦਾ ਛੱਡਣਾ ਚਾਹੁੰਦਾ ਹਾਂ, ਲੇਕਿਨ ਮੇਰੇ ਕੋਲ ਸੁੱਖ ਸਾਧਨ ਨਹੀਂ ਹਨ। ਸਹੀ ਗੱਲ ਹੈ, ਕਈ ਲੋਕਾਂ ਲਈ ਨੌਕਰੀ ਛੱਡਣਾ ਹੀ ਉਹ ਪਹਿਲੀ ਵਿਲਾਸਤਾ ਹੈ ਜਿਹੜੀ ਉਹ ਚਾਹੁੰਦੇ ਹਨ। ਤੁਸੀਂ ਉਹ ਵਿਲਾਸਤਾ ਕਿਵੇਂ ਪਾ ਸਕਦੇ ਹੋ? ਉਸੇ ਤਰ੍ਹਾਂ ਜਿਸੇ ਤਰ੍ਹਾਂ ਕਿਸੇ ਦੂਜੀ ਵਿਲਾਸਤਾ ਨੂੰ ਪਾਉਂਦੇ ਹੋ। ਤੁਸੀਂ ਆਪਣੇ ਕਾਰੋਬਾਰ ਅਤੇ ਜਾਂ ਆਪਣੀ ਰੀਅਲ ਐਸਟੇਟ ਸੰਪਤੀਆਂ ਤੋਂ ਹੋਣ ਵਾਲੀ ਆਮਦਨ ਨਾਲ ਉਸ ਨੂੰ ਖਰੀਦਦੇ ਹੋ। ਜ਼ਾਹਿਰ ਹੈ ਇਸ ਦੇ ਲਈ ਤੁਹਾਨੂੰ ਇੰਨੀਆਂ ਵੱਡੀਆਂ ਸੰਪਤੀਆਂ ਬਣਾਉਣੀਆਂ ਹੋਣਗੀਆਂ ਤਾਂ ਕਿ ਉਹ ਤੁਹਾਨੂੰ ਤੁਹਾਡੀ ਮਨਭਾਉਂਦੀ ਚੀਜ਼ ਖਰੀਦ ਕੇ ਦੇ ਸਕਣ। ਤੁਸੀਂ ਦੇਖਿਆ ਇਹ ਕਿਵੇਂ ਕੰਮ ਕਰਦੀ ਹੈ। ਤੁਸੀਂ ਆਪਣੀ ਆਮਦਨ ਦਾ ਇਸਤੇਮਾਲ ਵਿਲਾਸੀ ਵਸਤੂਆਂ ਨੂੰ ਖਰੀਦਣ ਲਈ ਨਹੀਂ ਕਰਦੇ ਹੋ, ਤੁਸੀਂ ਤਾਂ ਇਸ ਦਾ ਇਸਤੇਮਾਲ ਸੰਪਤੀ ਬਣਾਉਣ ਵਾਸਤੇ ਕਰਦੇ ਹੋ, ਆਪਣਾ ਕਾਰੋਬਾਰ ਅਤੇ ਰੀਅਲ ਐਸਟੇਟ ਨਿਵੇਸ਼। ਅਤੇ ਜਦੋਂ ਉਹ ਕਾਫੀ ਵੱਡੇ ਹੋ ਜਾਂਦੇ ਹਨ ਤਾਂ ਤੁਸੀਂ ਉਹਨਾਂ ਨੂੰ ਆਪਣੇ ਵਾਸਤੇ ਵਿਲਾਸਤਾ ਦਾ ਸਮਾਨ ਖਰੀਦਣ ਦੀ ਮਨਜ਼ੂਰੀ ਦੇ ਦਿੰਦੇ ਹੋ, ਜਿਹੜਾ ਕਿ ਸਾਨੂੰ ਆਪਣੇ ਸੁਪਨਿਆਂ ਵੱਲ ਲੈ ਜਾਂਦਾ ਹੈ।